ਸਾਰੇ ਵੀਰਾਂ ਨੂੰ ਮੇਰੇ ਵੱਲੋਂ ਜੈ ਭੀਮ, ਲਾਲ ਸਲਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਬੜਾ ਸੋਚ ਦਾ ਵਿਸ਼ਾ ਕਿ ਜਿਸ ਆਰਐਸਐਸ ਨੂੰ ਅਸੀਂ ਜਵਾਨੀ ਪਿੱਟਦੇ ਰਹੇ, ਕੋਸਦੇ ਰਹੇ, ਪਰ ਕੀਤਾ ਕੁਛ ਨਹੀਂ। ਜਾਂ ਤਾਂ ਸੋਸ਼ਲ ਮੀਡੀਆ ਤੇ ਕਹਿੰਦੇ ਰਹੇ ਕਿ ਆਰਐਸਐਸ ਨਕੰਮੀ ਆ, ਇਹਦੀ ਸੋਚ ਨਕੰਮੀ ਆ, ਜੇ ਉਹ ਮਨੂ ਸਿਮਰਤੀ ਇਹ ਆ ਉਹ ਆ, ਪਰ ਉਹਦੇ ਸਾਹਮਣੇ ਅਸੀਂ ਕੋਈ ਰੁਕਾਵਟ ਨਹੀਂ ਖੜੀ ਕਰ ਪਾਏ, ਉਹਦੀ ਸੋਚ ਨੂੰ ਫੈਲਣ ਤੋਂ ਨਹੀਂ ਬਚਾ ਸਕੇ। ਹੋਇਆ ਕਿ ਜਦੋਂ ਤੋਂ ਬੀਜੇਪੀ ਦਾ ਰਾਜ ਆਇਆ, ਇੱਕ ਗੱਲ ਮੈਂ ਇਦੋਂ ਪਹਿਲਾਂ ਬੀਜੇਪੀ ਦੇ ਰਾਜ ਤੋਂ ਪਹਿਲਾਂ ਕਰਦਾ ਕਿ ਆਰਐਸਐਸ ਬੜੇ ਲੰਮੇ ਸਮੇਂ ਤੋਂ ਆਪਣੇ ਏਜੰਡੇ ਤੇ ਲੱਗੀ ਹੋਈ ਆ, ਫੋਕਸ ਕੀਤਾ। ਸਾਰੇ ਪੜ੍ਹੇ ਲਿਖੇ ਸੂਝਵਾਨ ਜਿੰਨੇ ਵੀ ਲੋਕ ਆ, ਉਹ ਆਈਪੀਐਸ ਹੋਵੇ, ਚਾਹੇ ਜੱਜ ਹੋਵੇ, ਚਾਹੇ ਵਕੀਲ ਹੋਵੇ, ਸਾਰੇ ਰਿਟਾਇਰ ਹੋ ਕੇ ਉਹ ਆਰਐਸਐਸ ਸੰਸਥਾ ਵਿੱਚ ਜਾਂਦੇ ਆ ਅਤੇ ਉਹਨਾਂ ਦੇ ਏਜੰਡੇ ਮੁਤਾਬਕ ਕੰਮ ਕਰਦੇ ਆ। ਉਹਨਾਂ ਕੋਲੋਂ ਬੁੱਧੀਜੀਵੀਆਂ ਦਾ ਘਾਟਾ ਨਹੀਂ, ਉਹਨਾਂ ਕੋਲੋਂ ਰਾਈਟਰਾਂ ਦਾ ਘਾਟਾ ਨਹੀਂ, ਉਹਨਾਂ ਕੋਲੋਂ ਮੀਡੀਆ ਦਾ ਘਾਟਾ ਨਹੀਂ। ਮੈਂ ਹੁਣ ਗੱਲ ਕਰਾਂ ਵੀ ਜਿਸ ਮੁੱਦੇ 'ਤੇ ਮੈਂ ਗੱਲ ਕਰਨ ਜਾ, ਇੱਕ ਸਿੰਗਰ ਹੈ ਜਿਹਦਾ ਨਾਂ ਹੈਗਾ ਜੀਵਨ ਮਹਿਮੀ, ਕ੍ਰਾਂਤੀਕਾਰੀ ਸਿੰਗਰ। ਉਹਨੇ ਬਹੁਤ ਸਾਰੇ ਗੀਤ ਦਿੱਤੇ, ਸਮਾਜ ਨੂੰ ਵਹਿਮਾਂ ਭਰਮਾਂ 'ਤੇ ਕਿੰਤੂ ਪ੍ਰੰਤੂ ਕੀਤਾ, ਡੇਰਾਬਾਦ 'ਤੇ ਕਿੰਤੂ ਪ੍ਰੰਤੂ ਕੀਤਾ, ਜੋ ਵੀ ਗਲਤ ਰੀਤੀ ਰਿਵਾਜ ਚੱਲਦੇ ਆ ਉਹਨਾਂ 'ਤੇ ਉਹਨੇ ਕਿੰਤੂ ਪ੍ਰੰਤੂ ਕੀਤਾ। ਇੱਕ ਇਹ ਕਾਰਨ ਸੀ ਕਿੰਤੂ ਪ੍ਰੰਤੂ ਕਰਨ 'ਤੇ ਕਿ ਉਹਦੇ ਸਮਾਜ ਨੇ ਵੀ ਉਹਨੂੰ ਵਿਰੋਧ ਸਮਾਜ ਨੇ ਵੀ ਕੀਤਾ, ਅਤੇ ਇੱਕ ਹੋਰ ਸਮਾਜ ਨੇ ਉਹਦਾ ਵਿਰੋਧ ਕੀਤਾ ਜਿਹੜਾ ਵਹਿਮ ਭਰਮਾਂ ਨੂੰ ਜ਼ਿਆਦਾਤਰ ਬਲੀਵ ਕਰਦਾ, ਜਿਹਦੇ ਧਰਮ ਗ੍ਰੰਥਾਂ ਵਿੱਚ ਜਾਤੀ ਸਿਸਟਮ ਵੀ ਆ। ਕੁਛ ਕੁ 3 ਮਹੀਨਿਆਂ ਤੋਂ ਉਹਦਾ ਲਗਾਤਾਰ ਪਹਿਲਾਂ ਥੋੜ੍ਹਾ ਬਹੁਤਾ ਵਿਰੋਧ ਹੁੰਦਾ ਰਿਹਾ ਸੋਸ਼ਲ ਮੀਡੀਆ 'ਤੇ, ਉਹਨੇ ਇਗਨੋਰ ਕੀਤਾ। ਜਦੋਂ ਸਿਰ ਤੋਂ ਪਾਣੀ ਟੱਪ ਗਿਆ ਅਤੇ ਉਹਨੇ ਫਿਰ ਗੱਲ ਸਾਂਝੀ ਕੀਤੀ ਕਿ ਵੀਰ 3 ਮਹੀਨਿਆਂ ਤੋਂ ਮੇਰਾ ਜੀਣਾ ਹਰਾਮ ਕੀਤਾ ਹੋਇਆ ਕੁਝ ਲੋਕਾਂ ਨੇ, ਜਿਹਨੇ ਵੱਖ-ਵੱਖ ਤਰ੍ਹਾਂ ਮੈਨੂੰ ਫੋਨ ਕਰਦੇ ਆ ਅਤੇ ਉਹ ਧਮਕੀਆਂ ਦਿੰਦੇ, ਜਾਨੋਂ ਮਾਰਨ ਦੀਆਂ, ਵੱਖਰੇ ਵੱਖਰੇ ਫੋਨਾਂ 'ਤੇ ਕਾਲਾਂ ਆਉਂਦੀਆਂ। ਮੈਂ ਉਹਨਾਂ ਨੂੰ ਇੱਕ ਗੱਲ ਦੱਸੀ ਕਿ ਵੀਰ ਇਹਨਾਂ ਨੂੰ ਇਗਨੋਰ ਕਰ। ਸੋਸ਼ਲ ਮੀਡੀਆ ਇਹੋ ਜਿਹੀ ਚੀਜ਼ ਆ ਜਿਹਦੇ 'ਤੇ ਤੁਹਾਡੀ ਫੋਕੀ ਵਾਹ ਕਰਨਗੇ ਲੋਕ, ਕਹਿਣਗੇ ਲੱਗਾ ਰਹਿ, ਵਾਹ ਬਹੁਤ ਵਧੀਆ, ਤੂੰ ਵੀਰ ਸੱਚ ਕਿਹਾ। ਸੱਚ ਕਹਿਣ ਦੀ ਹਿੰਮਤ ਕਿਸੇ ਕਿਸੇ ਵਿੱਚ ਹੁੰਦੀ ਹੈ, ਬਈ ਤੇਰੇ ਵਰਗਾ ਕੋਈ ਨਹੀਂ, ਵੀ ਬਾਈ ਕਮਾਲ ਕਰ ਦਿੱਤੀ। ਇਹ ਸ਼ਬਦ ਹੁੰਦੇ ਸੋਸ਼ਲ ਮੀਡੀਆ 'ਤੇ ਜਿਹੜੇ ਕਿ ਬਿਲਕੁਲ ਫੇਕ ਹੁੰਦੇ ਆ, ਜਦ ਕਿ ਉਹ ਤੁਹਾਡੇ ਕੋਲ ਨਹੀਂ ਹੁੰਦੇ। ਸੋਸ਼ਲ ਮੀਡੀਆ ਇਹ ਹੁੰਦੇ, ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ, ਉਹ ਜ਼ਮੀਨੀ ਪੱਧਰ 'ਤੇ ਤੁਹਾਡੇ ਨਾਲ ਨਹੀਂ ਹੁੰਦੇ। ਅਤੇ ਉਹਨੇ ਕੁਛ ਰਿਕਾਰਡਿੰਗਾਂ ਮੈਨੂੰ ਪ੍ਰੂਫ ਦੇ ਤੌਰ 'ਤੇ ਭੇਜੀਆਂ, ਜਿਹਦੇ ਵਿੱਚ ਬੜਾ ਊਲ ਜਲੂਲ ਬਕਿਆ ਗਿਆ ਉਹਦੇ ਪਰਿਵਾਰ ਨੂੰ, ਉਹਨੂੰ ਅਤੇ ਉਹਦੇ ਬੱਚਿਆਂ ਨੂੰ। ਬਹੁਤ ਸਾਰੀਆਂ ਧਮਕੀਆਂ, ਕੁਝ ਮੈਂ ਗੱਲਾਂ ਦਾ ਇੱਥੇ ਜ਼ਿਕਰ ਨਹੀਂ ਕਰ ਸਕਦਾ ਜੋ ਕੁਛ ਉਹਨੂੰ ਕਹੀਆਂ ਗਈਆਂ, ਜਾਂ ਉਹਦੇ ਔਲਾਦ ਨੂੰ ਕਹੀਆਂ ਗਈਆਂ, ਜਾਂ ਉਹਦੇ ਪਰਿਵਾਰ ਨੂੰ ਕਹੀਆਂ ਗਈਆਂ, ਉਹ ਮੈਂ ਇੱਥੇ ਬੋਲ ਵੀ ਨਹੀਂ ਸਕਦਾ। ਅੱਛਾ, ਹੋਣਾ ਕੀ ਚਾਹੀਦਾ ਸੀ ਪੰਜਾਬ ਦੇ ਵਿੱਚ ਇਹੋ ਜਿਹਾ ਹੋਣਾ, ਉਹਨਾਂ ਲੋਕਾਂ ਵੱਲੋਂ ਧਮਕੀਆਂ ਦੇਣੀਆਂ। ਮੈਂ ਮੰਨਦਾ ਕਿ ਪਹਿਲਾਂ ਵੀ ਹੁੰਦਾ ਰਿਹਾ, ਪਰ ਐਡੇ ਵੱਡੇ ਪੱਧਰ 'ਤੇ ਨਹੀਂ ਸੀ। ਤੁਹਾਡੀ ਆਵਾਜ਼ ਨੂੰ ਦਬਾਉਣ ਦੇ ਲਈ ਉਹ ਹਰ ਇੱਕ ਹੀਲਾ ਕਰ ਰਿਹਾ, ਤੁਹਾਡੀਆਂ ਲਿਖਣ 'ਤੇ ਉਹ ਹੀਲਾ ਕਰ ਰਿਹਾ, ਤੁਹਾਡੇ ਸੱਚ ਬੋਲਣ 'ਤੇ ਉਹ ਸਭ ਕੁਝ ਕਰਦੇ ਰਹੇ। ਮੈਂ ਇੱਕ ਛੋਟਾ ਜਿਹਾ ਜ਼ਿਕਰ ਕਰਦਾ, ਦਿੱਲੀ ਦੇ ਵਿੱਚ ਇੱਕ ਪ੍ਰੋਫੈਸਰ ਦਲਿਤ ਹੋਣ ਦੇ ਨਾਤੇ ਉਹਨੇ ਸਿਰਫ ਇੱਕ 17 ਪ੍ਰੋਫੈਸਰਾਂ ਦੀ ਮੀਟਿੰਗ ਚੱਲ ਰਹੀ ਸੀ, 17 ਪ੍ਰੋਫੈਸਰਾਂ ਦੀ ਮੀਟਿੰਗ ਚੱਲ ਰਹੀ, ਜਿਹਦੇ ਵਿੱਚ ਉਹ ਵੀ ਇੱਕ ਮੌਜੂਦ ਸੀ, ਜਿਨ੍ਹਾਂ ਨੂੰ ਇੱਕ ਲੈਟਰ ਦਿੱਤਾ ਗਿਆ ਸਾਈਨ ਕਰਨ ਨੂੰ। ਉਹਨੇ ਇਹ ਸਿਰਫ ਕਿਹਾ ਕਿ ਮੈਂ ਇਹਨੂੰ ਪੜ੍ਹ ਕੇ ਸਾਈਨ ਕਰਾਂਗੀ। ਹੋਇਆ ਕਿ ਇੰਨੀ ਗੱਲ ਕਹਿਣ 'ਤੇ
ਉਹਨਾਂ ਬਾਕੀ ਪ੍ਰੋਫੈਸਰਾਂ ਦੇ ਸਾਹਮਣੇ ਉਹਦੇ ਮੂੰਹ ਤੇ ਚਪੇੜ ਮਾਰ ਦਿੱਤੀ ਗਈ, ਜਿਹੜਾ ਕੋਈ ਮੁੱਦਾ ਨਹੀਂ ਬਣਿਆ। ਵੱਖ-ਵੱਖ ਅਖਬਾਰਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਉਹਦਾ ਬਿਆਨ ਕੀਤਾ, ਲਿਖਿਆ, ਜੋ ਕਿ ਬੜਾ ਮੰਦਭਾਗਾ ਆ। ਜਦਕਿ ਕੀ ਦਿੱਲੀ ਦੇ ਵਿੱਚ ਅੰਬੇਡਕਰ ਜਥੇਬੰਦੀਆਂ ਨਹੀਂ ਸੀ? ਕਿ ਸੋਸ਼ਲ ਮੀਡੀਆ ਤੇ ਇਹਨੂੰ ਗੱਲ ਨਹੀਂ ਸੀ ਰੱਖਣੀ ਚਾਹੀਦੀ? ਇਹਦੇ ਤੇ ਘੱਟੋ ਘੱਟ 1000 ਜਾਂ 2000 ਪੋਸਟ ਨਹੀਂ ਹੋਣੀ ਚਾਹੀਦੀ ਸੀ? ਚੁੱਪ ਕਰਕੇ ਉਹਦੇ ਥੱਪੜ ਨਹੀਂ ਪਿਆ, ਪੂਰੇ ਸਮਾਜ ਦੇ ਉਹ ਥੱਪੜ ਪਿਆ, ਕਿਉਂਕਿ ਸਮਾਜ ਬੋਲਿਆ ਤੱਕ ਨਹੀਂ, ਚੁੱਪ ਕਰਕੇ ਸਹਿਣ ਲਿਆ। ਦੂਸਰੇ ਦਿਨ ਸਾਰੇ ਆਪਣੇ ਕੰਮਾਂ ਕਾਰਾਂ ਤੇ ਕਿਸੇ ਨਾ ਕਿਸੇ ਪਾਸੇ ਚੱਲ ਗਏ ਤੇ ਮੀਡੀਆ ਨੇ ਵੀ ਇਹਨੂੰ ਚੰਗੀ ਤਰ੍ਹਾਂ ਨਹੀਂ ਦਿਖਾਲਿਆ। ਮੈਂ ਗੱਲ ਕਰਦਾ ਉਸੇ ਹੁਣ ਜੀਵਨ ਮਹਿਮੀ ਤੇ ਆਉਣਾ ਕਿ ਇਹ ਕੁਝ ਹੋ ਰਿਹਾ ਕਿ ਜਿਹੜੀਆਂ ਉਹਨੂੰ ਧਮਕੀਆਂ ਦਿੱਤੀਆਂ ਗਈਆਂ, ਉਹਨੂੰ ਇਕੱਲੇ ਨੂੰ ਧਮਕੀਆਂ ਦਿੱਤੀਆਂ ਗਈਆਂ, ਇਹ ਪੂਰੇ ਸਮਾਜ ਨੂੰ ਧਮਕੀਆਂ ਦਿੱਤੀਆਂ ਗਈਆਂ, ਜਿਹੜੀਆਂ ਚੁੱਪ ਕਰਕੇ ਸਹਿਣ ਕਰਕੇ ਕਈ ਲੋਕ ਬਹਿ ਗਏ। ਅੰਬੇਡਕਰ ਦੇ ਨਾਂ ਤੇ ਬਹੁਤ ਸਾਰੀਆਂ ਜਥੇਬੰਦੀਆਂ, ਜਦਕਿ ਉਹਨੇ ਅੰਬੇਡਕਰ ਦੀ ਗੱਲ ਕੀਤੀ, ਰਵਿਦਾਸ ਮਹਾਰਾਜ ਜੀ ਦੀ ਗੱਲ ਕੀਤੀ, ਗੁਰੂ ਨਾਨਕ ਮਹਾਰਾਜ ਜੀ ਦੀ ਗੱਲ ਕੀਤੀ, ਤਾਂ ਉਹਨੇ ਗੱਲ ਕੀਤੀ ਵਹਿਮਾਂ ਭਰਮਾਂ ਤੇ ਚੋਟ ਕੀਤੀ, ਅੰਧ ਵਿਸ਼ਵਾਸਾਂ ਤੇ ਚੋਟ ਕੀਤੀ। ਕਿ ਇਹ ਗਲਤ ਸੀ? ਸਾਡਾ ਕੌਨਸਟੀਟਿਊਸ਼ਨ ਵੀ ਕਹਿੰਦਾ ਕਿ ਤੁਸੀਂ ਵਹਿਮਾਂ ਭਰਮਾਂ ਨੂੰ ਚੈਲੰਜ ਕਰ ਸਕਦੇ ਆ। ਪਰ ਕਿੱਥੇ ਗਏ ਉਹ ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਅੰਬੇਡਕਰੀ ਕਹਾਉਂਦੇ ਆ? ਕਿੱਥੇ ਗਏ ਉਹ ਲੋਕ ਜਿਹੜੇ ਜਥੇਬੰਦੀਆਂ ਅੰਬੇਡਕਰ ਦੇ ਨਾਂ ਤੇ ਬਣਾ ਕੇ ਬੈਠੇ ਆ? ਕਿੱਥੇ ਗਏ ਲੋਕ ਜੋ ਰਵਿਦਾਸ ਮਹਾਰਾਜ ਜੀ ਕਹਿੰਦੇ ਅਸੀਂ ਉਹਦੇ ਪੁੱਤਰ ਆ? ਕਿੱਥੇ ਗਏ ਉਹ ਨਾਨਕ ਦੇ ਵਾਰਸ? ਜਦੋਂ ਕਿਸੇ ਦੇ ਭੀੜ ਪੈਂਦੀ ਆ ਕੋਈ ਨਹੀਂ ਖੜਦਾ। ਮੈਨੂੰ ਇਹ ਪਹਿਲਾਂ ਦੱਸ ਚੁੱਕਾ, 2-4 ਬੰਦੇ ਹੋਣਗੇ, ਪਰ ਸਾਥ ਬਣਦਾ ਸੀ ਸਾਰਿਆਂ ਦਾ, ਸਾਰਿਆਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਸੀ ਵੱਡੇ ਲੈਵਲ ਤੇ। ਪੰਜਾਬ ਦੇ ਵਿੱਚ ਆਪਣੇ ਆਪ ਨੂੰ ਤਕੜੇ ਸਮਝੀ ਜਾਣਾ ਕਿ ਅਸੀਂ ਬਹੁਤ ਤਕੜੇ ਹਾਂ, ਸਾਡਾ ਕੋਈ ਨਹੀਂ ਕੁਝ ਕਰ ਸਕਦਾ, ਪਰ ਉਹਨਾਂ ਨੇ ਸਭ ਕੁਝ ਕੀਤਾ ਹੋਇਆ ਆ। ਉਹ ਤੁਹਾਡੀ ਆਵਾਜ਼ ਨੂੰ ਦਬਾਉਣਗੇ, ਤੁਹਾਨੂੰ ਖੜੇ ਨਹੀਂ ਹੋਣ ਦੇਣਗੇ, ਤੁਹਾਨੂੰ ਏਕਾ ਨਹੀਂ ਤੁਹਾਡਾ ਹੋਣ ਦੇਣਗੇ, ਤੁਹਾਡੇ ਮਿਸ਼ਨ ਨੂੰ ਅੱਗੇ ਨਹੀਂ ਵਧਣ ਦੇਣਗੇ, ਕਿਉਂਕਿ ਉਹ ਕਾਫੀ ਲੰਬੇ ਅਰਸੇ ਤੋਂ ਉਹ ਲੱਗੇ ਹੋਏ ਆ। ਉਹਨਾਂ ਦੇ ਜਿਹੜੇ ਬੁੱਧੀਜੀਵੀ ਇਸ ਚੀਜ਼ਾਂ 'ਚ ਲੱਗੇ, ਉਹ ਸਾਰਿਆਂ ਦਾ ਧਰਮ ਗ੍ਰੰਥਾਂ ਦਾ ਅਧਿਐਨ ਕਰਦੇ ਆ, ਬਰੀਕੀਆਂ ਨੂੰ ਫੜਦੇ ਆ, ਉਹਨਾਂ ਗੱਲਾਂ ਦੇ ਵਿੱਚ ਰਲਾ ਕਰਦੇ ਆ, ਆਪਣਾ ਇਤਿਹਾਸ ਲਿਖਦੇ ਆ। ਜਿਹੜੇ ਲੋਕ ਕਹਿੰਦੇ ਸੀ ਕਿ ਆਰਥਿਕ ਤੌਰ ਤੇ ਆਰਕਸ਼ਣ ਹੋਣਾ ਚਾਹੀਦਾ, ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ, ਕਿਉਂਕਿ ਜਾਤੀ ਪਾਤੀ ਇਹੋ ਜਿਹਾ ਸਿਸਟਮ ਹੈ, ਤੁਸੀਂ ਪ੍ਰੋਫੈਸਰ ਬਣ ਜਾਓ, ਕਲੈਕਟਰ ਬਣ ਜਾਓ, ਵਕੀਲ ਬਣ ਜਾਓ, ਜੱਜ ਬਣ ਜਾਓ, ਤਾਂ ਵੀ ਇੱਕ ਜਿਹੜਾ ਛੋਟਾ ਜਿਹਾ ਬੰਦਾ ਮਾਨਸਿਕਤਾ ਵਾਲਾ, RSS ਦੀ ਮਾਨਸਿਕਤਾ ਵਾਲਾ, ਮਨੂਬੁੱਧੀ ਮਾਨਸਿਕਤਾ ਵਾਲਾ, ਉਹ ਵੀ ਉੱਠ ਕੇ ਤੁਹਾਨੂੰ ਚੈਲੰਜ ਕਰ ਦਿੰਦਾ, ਉਹ ਤੁਹਾਨੂੰ ਬੰਦਾ ਨਹੀਂ ਸਮਝਦਾ। ਫਿਰ ਲੋਕ ਕਿਵੇਂ ਕਹਿੰਦੇ ਆ ਕਿ ਆਰਥਿਕ ਤੌਰ ਤੇ ਹੋਣਾ ਚਾਹੀਦਾ ਆਰਕਸ਼ਣ। ਵੀਰੋ, ਤੁਹਾਨੂੰ ਲਾਮਬੰਦ ਹੋਣਾ ਪੈਣਾ ਜਦੋਂ ਕਿਸੇ ਵੀ ਬੰਦੇ ਤੇ ਸੱਚ ਬੋਲਣ ਤੇ ਕੋਈ ਕਿੰਤੂ ਪ੍ਰੰਤੂ ਕਰਦਾ। ਤੁਹਾਡੇ ਰਹਿਬਰਾਂ ਦੀ ਗੱਲ ਨਹੀਂ ਤੁਹਾਨੂੰ ਕਰਨ ਦਿੰਦਾ, ਤੁਹਾਨੂੰ ਸੱਚ ਨਹੀਂ ਬੋਲਣ ਦਿੰਦਾ, ਤੇ ਤੁਹਾਨੂੰ ਏਕਾ ਕਰਕੇ ਇਹਨਾਂ ਦਾ ਸਾਹਮਣਾ ਕਰਨਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ। ਇਹ ਜੀਵਨ ਮਹਿਮੀ ਦੇ ਮੂੰਹ ਦੇ ਚਪੇੜ ਨਹੀਂ ਹੈਗੀ, ਉਹਨੂੰ ਧਮਕੀਆਂ ਨਹੀਂ, ਪੂਰੇ ਸਮਾਜ ਨੂੰ ਧਮਕੀਆਂ ਆ। ਸਮਾਜ ਦਾ ਮਤਲਬ ਕੀ ਹੁੰਦਾ ਕਿ ਸਾਰੀਆਂ ਕਾਸਟਾਂ ਨੂੰ ਰਲਾ ਕੇ ਇੱਕ ਸਮਾਜ ਬਣਦਾ। ਇਹ ਸਮਾਜ ਕਿਸੇ ਇਹ ਨਾ ਸਮਝੀ ਜਾਓ ਕਿ ਚਮਾਰਾਂ ਦਾ ਸਮਾਜ ਜਾਂ ਬਾਲਮੀਕਾਂ ਦਾ ਸਮਾਜ ਜਾਂ ਜੱਟਾਂ ਦਾ ਸਮਾਜ, ਨਹੀਂ। ਸਮਾਜ ਦੇ ਵਿੱਚ ਸਾਰੇ ਉਹ ਬੰਦੇ ਆਉਂਦੇ ਆ ਜਿਹੜੇ ਬੁੱਧੀਜੀਵੀ, ਜਿਹੜੇ ਸੋਚ ਸਮਝ ਵਾਲੇ, ਜਿਹੜੇ ਚੰਗੀ ਸੋਚ ਰੱਖਦੇ, ਜਿਹੜੇ ਕਾਸਟ ਨੂੰ ਨਹੀਂ ਮੰਨਦੇ, ਵਹਿਮ ਭਰਮਾਂ ਨੂੰ ਨਹੀਂ ਮੰਨਦੇ। ਉਸ ਸਮਾਜ ਦੀ ਲੋੜ ਆ। ਧੰਨਵਾਦ। ਇੱਕ ਗੱਲ ਮੈਂ ਇਹਨਾਂ ਆਪਣੇ ਸੱਜਣਾਂ ਨੂੰ ਵੀ ਕਹਿਣਾ ਚਾਹੁੰਦਾ, ਜਿਹੜਿਆਂ ਨੂੰ ਫਕਰ ਆ ਆਪਣੇ ਆਪ ਤੇ ਕ੍ਰਾਂਤੀਕਾਰੀ ਹੋਣ ਦਾ ਜਾਂ ਅੰਬੇਡਕਰੀ ਹੋਣ ਤੇ, ਜਾਂ ਜਿਹੜੇ ਕਹਿੰਦੇ ਕਿ ਅਸੀਂ ਗੁਰੂ ਨਾਨਕ ਮਹਾਰਾਜ ਦੀ ਗੱਲ ਕਰਦੇ ਹਾਂ, ਉਹਦੇ ਪਹਿਰਾ ਦਿੰਦੇ ਹਾਂ ਉਹਦੀ ਸੋਚ ਤੇ, ਜਾਂ ਰਵਿਦਾਸ ਮਹਾਰਾਜ ਜੀ ਦੀ ਗੱਲ ਕਰਦੇ ਹਾਂ, ਅੰਬੇਡਕਰ ਦੀ ਕਰਦੇ ਹਾਂ, ਜੋਤੀ ਰਾਓ ਫੂਲੇ ਦੀ ਕਰਦੇ, ਕਿਸੇ ਵੀ ਕ੍ਰਾਂਤੀਕਾਰੀ ਦੀ ਗੱਲ ਕਰਦੇ ਹਾਂ, ਚਾਹੇ ਉਹ ਭਗਤ ਸਿੰਘ ਹੋਵੇ, ਚਾਹੇ ਊਧਮ ਸਿੰਘ ਹੋਵੇ, ਕੋਈ ਵੀ ਹੋਵੇ। ਇੱਕ ਗੱਲ ਦਾ ਵੀਰੇ ਖਿਆਲ ਰੱਖਿਓ, ਜਦੋਂ ਇੱਕ ਸਾਇੰਸ ਦਾ ਟੀਚਰ ਹੋ ਕੇ ਗੁੱਡੀਆਂ ਫੂਕਦਾ ਫਿਰੇ, ਮੱਥੇ ਟੇਕਦਾ ਫਿਰੇ, ਤੇ ਉਹਦੇ ਤੇ ਵਿਸ਼ਵਾਸ ਨਹੀਂ ਰਹਿੰਦਾ। ਤੁਹਾਡੇ ਵੱਲ ਦੁਨੀਆ ਦੇਖਦੀ ਆ, ਪਰ ਤੁਸੀਂ ਜੇ ਕ੍ਰਾਂਤੀਕਾਰੀ ਤਾਂ ਪੂਰਨ ਤੌਰ ਤੇ ਕ੍ਰਾਂਤੀਕਾਰੀ ਬਣੋ ਬਈ, ਅੰਬੇਡਕਰੀ ਬਣੋ, ਮਿਸ਼ਨਰੀ ਬਣੋ। ਆਪਣੇ ਨਾਮਾਂ ਦੇ ਮਗਰ ਗੋਤ ਨਾ ਲਿਖਿਆ ਕਰੋ ਜੀਵਨ ਭਾਜੀ। ਤੇ ਤੁਸੀਂ ਲਿਖਦੇ ਆ ਜੀਵਨ ਮਹਿਮੀ, ਮਹਿਮੀ ਤੁਹਾਡਾ ਸਰਨੇਮ ਨਹੀਂ, ਗੋਤ ਆ। ਜਿਨ੍ਹਾਂ ਤੋਂ ਕ੍ਰਾਂਤੀਕਾਰੀਆਂ ਤਾਂ ਇਹ ਕਿਹਾ ਵੀ ਨਹੀਂ, ਇਹਨੂੰ ਮੈਂ ਨਾ ਨਹੀਂ ਦੇਣਾ। ਬਹੁਤ ਸਾਰੇ ਹੋਰ ਵੀ ਮੇਰੇ ਸੱਜਣ ਆ, ਮੇਰੇ ਭਰਾ ਆ, ਵੀਰ ਆ,
ਜਿਹੜੇ ਕਹਿੰਦੇ ਸਾਨੂੰ ਇਸੇ ਨਾਮ ਤੇ ਜਾਣਦੇ ਆ। ਜਾਣਨਾ ਕੋਈ ਜ਼ਰੂਰੀ ਨਹੀਂ ਹੁੰਦਾ। ਜਾਣਨਾ ਕਿਹਨੂੰ ਆ? ਅੰਬੇਡਕਰ ਨੂੰ ਜਾਣਨ ਦੀ ਗੱਲ ਹੈ, ਉਹਦੇ ਸੋਚ ਤੇ ਪਹਿਰਾ ਦੇਣ ਦੀ ਗੱਲ ਹੈ, ਰਵਿਦਾਸ ਮਹਾਰਾਜ ਦੀ ਸੋਚ ਤੇ ਪਹਿਰਾ ਦੇਣ ਦੀ ਗੱਲ ਹੈ। ਮੈਂ ਹੱਥ ਜੋੜਦਾ, ਕ੍ਰਾਂਤੀਕਾਰੀ ਸ਼ਬਦ ਨੂੰ ਕ੍ਰਾਂਤੀਕਾਰੀ ਰਹਿਣ ਦਿਓ, ਅੰਬੇਡਕਰੀ ਸ਼ਬਦ ਨੂੰ ਅੰਬੇਡਕਰੀ ਰਹਿਣ ਦਿਓ। ਰਵਿਦਾਸ ਮਹਾਰਾਜ ਦੀ ਸੋਚ ਦੀ ਗੱਲ ਕਰਨੀ, ਨਾਨਕ ਦੀ ਸੋਚ ਦੀ ਗੱਲ ਕਰਨੀ, ਰਹਿਬਰਾਂ ਦੀ ਸੋਚ ਦੀ ਗੱਲ ਕਰਨੀ, ਤੇ ਆਪਣੇ ਪਿੱਛੇ ਗੋਤ ਲਿਖਾਉਣੇ ਬੰਦ ਕਰੋ, ਆਪਣੀਆਂ ਜਾਤਾਂ ਲਿਖਾਉਣੀਆਂ ਬੰਦ ਕਰੋ। ਧੰਨਵਾਦ।